जी आए ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਚੌਥਾ ਦੋ ਘਾਤੀ ਸਮੀਕਰਨ ਅਭਿਆਸ ਨੰਬਰ 4.1 ਇਹਦਾ ਪਹਿਲਾ ਸਵਾਲ ਭਾਗ 1 ਤੋਂ ਲੈ ਕੇ ਭਾਗ 8 ਤੱਕ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਹੱਲ ਉਤਾਰ ਲਓ ਆਪਣੀ ਨੋਟਬੁੱਕ ਵਿੱਚ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਤੇ ਸੁਣੋ ਤੇ ਮਗਰੋਂ ਦੀ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਬੱਚੋ ਸਵਾਲ ਹੈ, ਜਾਂਚ ਕਰੋ ਕਿ ਹੇਠਾਂ ਦਿੱਤੀਆਂ ਸਮੀਕਰਨਾਂ ਦੋ ਘਾਤੀ ਹਨ ਜਾਂ ਨਹੀਂ। ਸੋ ਇਹਦਾ 8 ਭਾਗ ਨੇ ਬੱਚਿਓ। ਸੋ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਕਰਾਂਗੇ ਤੇ ਦੇਖਾਂਗੇ ਕਿ ਇਹ ਫੈਸਲਾ ਕਿਵੇਂ ਕੀਤਾ ਜਾਂਦਾ ਹੈ ਕਿ ਕੋਈ ਸਮੀਕਰਨ ਦੋ ਘਾਤੀ ਹੁੰਦਾ ਹੈ ਜਾਂ ਨਹੀਂ ਹੁੰਦਾ। ਸੋ ਬੱਚਿਓ ਇਹ ਸਵਾਲ ਕਰਨ ਤੋਂ ਪਹਿਲੇ ਇਹ ਗੱਲ ਨੂੰ ਚੰਗੀ ਤਰ੍ਹਾਂ ਤੁਸੀਂ ਚੇਤਾ ਰੱਖਣਾ ਹੈ ਕਿ ਦੋ ਘਾਤੀ ਸਮੀਕਰਨਾਂ ਦਾ ਮਿਆਰੀ ਰੂਪ ਕੀ ਹੈ। ਉਹਨੂੰ ਇਹ ਕਹਿੰਦੇ ਨੇ ax ਦੀ ਘਾਤ, x ਦੀ ਜਗ੍ਹਾ y z कुछ भी हो सकता है, कोई भी चल हो सकता है, ठीक है। सो ए एक्स स्क्वायर जमा बी एक्स जमा सी बराबर 0 ਇਹ ਇਹਦਾ ਹੈਗਾ ਮਿਆਰੀ ਰੂਪ ਤੇ ਨਾਲ ਇੱਕ ਸ਼ਰਤ ਹੈਗੀ ਹੈ ਜਿਸ ਵਿੱਚ a b ਅਤੇ c ਵਾਸਤਵਿਕ ਸੰਖਿਆਵਾਂ ਹਨ ਪਰ a 0 ਦੇ ਬਰਾਬਰ ਨਹੀਂ ਹੈ। ਇਹ ਕਿਉਂ ਕਿਹਾ ਗਿਆ? ਕਿਉਂਕਿ 0 ਵੀ ਤੇ ਇੱਕ ਵਾਸਤਵਿਕ ਸੰਖਿਆ ਹੀ ਹੈ। ਸੋ a b c ਵਾਸਤਵਿਕ ਸੰਖਿਆਵਾਂ ਹਨ ਪਰ a 0 ਨਹੀਂ ਹੋਣਾ ਚਾਹੀਦਾ। B 0 ਹੋ ਸਕਦਾ ਹੈ, C 0 ਹੋ ਸਕਦਾ ਹੈ ਪਰ A ਦਾ 0 ਹੋਣਾ ਇਹਦੀ ਇਜਾਜ਼ਤ ਨਹੀਂ ਹੈ। A ਦਾ ਕੋਈ ਨਾ ਕੋਈ ਮੁੱਲ ਹੋਣਾ ਚਾਹੀਦਾ ਹੈ, ਠੀਕ ਹੈ, 0 ਤੋਂ ਬਿਨਾਂ। ਸੋ ਅਗਰ ਇਸ ਤਰ੍ਹਾਂ ਹੈ ਤੇ ਫਿਰ ਸਮਝੋ ਦੋ ਘਾਤੀ ਸਮੀਕਰਨ ਹੈ, ਨਹੀਂ ਤੇ ਨਹੀਂ ਹੈ। ਸੋ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ। ਹੁਣ ਪਹਿਲਾ ਸਵਾਲ ਜਿੱਦਾਂ ਸੀ ਬੱਚਿਓ x ਜਮਾ 1 ਦਾ ਪੂਰੇ ਦੀ ਘਾਤ 2 ਬਰਾਬਰ 2 ਬ੍ਰੈਕਟ 'ਚ x ਘਟਾ 3। ਹੁਣ ਅਸੀਂ ਪਹਿਲੇ ਕੀ ਕਰਨਾ, ਬ੍ਰੈਕਟ ਹਟਾ ਲੈਣੇ ਨੇ। ਸੋ ਖੱਬਾ ਪਾਸਾ x ਜਮਾ 1 ਹੋਲ ਸਕੁਆਇਰ ਜਿਹੜਾ ਹੁੰਦਾ ਇਹਨੂੰ ਪੂਰੇ ਦਾ ਵਰਗ x ਵਰਗ ਜਮਾ 2x ਜਮਾ 1 ਆ ਗਿਆ ਅਤੇ 2x ਬ੍ਰੈਕਟ 'ਚ x ਘਟਾ 3 2x 2 3 6 ਇਹ ਹੋ ਗਿਆ, ਠੀਕ ਹੈ। ਹੁਣ ਇਸ ਲਈ x1 ਜਮਾ ਪੂਰੇ ਦਾ ਸਕੁਆਇਰ ਬਰਾਬਰ 2x - 3 ਨੂੰ ਲਿਖਿਆ ਜਾ ਸਕਦਾ ਹੈ ਇਦਾਂ ਕਰਕੇ। ਇਹਦੀ ਥਾਂ ਮੈਂ ਇਹ ਲਿਖ ਦਿੱਤਾ ਤੇ ਇਹਦੀ ਥਾਂ ਮੈਂ ਇਹ ਲਿਖ ਦਿੱਤਾ, ਠੀਕ ਹੈ। ਹੁਣ ਅਸੀਂ ਸਾਰੀਆਂ ਪਦਾਂ ਨੂੰ ਇੱਕ ਪਾਸੇ ਕਰ ਲਿਆ। ਹੁਣ x ਸਕੁਆਇਰ ਤੇ 2x ਦੇ ਨਾਲ 2x ਕੱਟ ਗਿਆ ਤੇ -6 ਇੱਥੇ ਸੱਜੇ ਖੱਬੇ ਪਾਸੇ ਆ ਗਿਆ, ਜਮਾ ਹੋ ਗਿਆ, 1 ਜਮਾ 7 ਹੋ ਗਿਆ। ਹੁਣ ਇਸ ਤਰ੍ਹਾਂ ਇਹ ਜਿਹੜਾ ਹੈ ax ਸਕੁਆਇਰ ਜਮਾ bx ਜਮਾ c ਦਾ ਤਰ੍ਹਾਂ ਹੈ। ਕਿਸ ਤਰ੍ਹਾਂ ਬੱਚੋ? ਤੁਸੀਂ ਕਹੋਗੇ ਜੀ ਇੱਥੇ ਉਹ x ਤੇ ਹੈ ਹੀ ਨਹੀਂ, ਹੁਣ b ਇੱਥੇ 0 ਹੋ ਗਿਆ। a 1 ਹੈਗਾ, c 7 ਹੈਗਾ ਤੇ b 0 ਹੈਗਾ। ਜੇ ਮੈਂ 0 ਦੇ ਨਾਲ x ਨੂੰ ਗੁਣਾ ਕਰਾਂਗਾ ਤੇ 0 ਉਹ x ਵਾਲੀ ਪਦ ਜਿਹੜਾ ਉੱਡ ਜਾਏਗਾ। ਸੋ ਇਸ ਲਈ ਦਿੱਤੀ ਗਈ ਸਮੀਕਰਨ ਦੋ ਘਾਤੀ ਸਮੀਕਰਨ ਹੈ ਕਿਉਂਕਿ ਇਹ ਇਸ ਰੂਪ ਵਿੱਚ ਹੈ। ਕਿਉਂਕਿ ਇਹਨੂੰ ਮੈਂ x ਦੀ ਘਾਤ 2 ਜਮਾ 0 x ਜਮਾ 7 ਕਰਕੇ ਲਿਖ ਸਕਦਾ ਹਾਂ, ਠੀਕ ਹੈ। ਅੱਗੇ ਚਲੀਏ। ਹੁਣ ਆ ਗਿਆ ਇਹ ਵਾਲਾ ਸਵਾਲ, ਠੀਕ ਹੈ। ਹੁਣ ਇਹਨੂੰ ਵੀ ਇਹ ਖੱਬਾ ਪਾਸਾ ਦੀ ਪਹਿਲੀ ਬ੍ਰੈਕਟ ਤੋਂ ਬਿਨਾਂ ਆਏਗਾ। ਸੋ ਸੱਜੇ ਪਾਸੇ ਨੂੰ ਅਸੀਂ ਇਦਾਂ ਸਿੰਪਲ ਕਰ ਲੈਂਦੇ ਹਾਂ, ਪਹਿਲੇ ਸਰਲ ਕਰ ਲੈਂਦੇ ਹਾਂ। ਸੋ ਘਟਾ 2 ਗੁਣਾ 3 ਘਟਾ 6 ਤੇ ਘਟਾ ਗੁਣਾ ਘਟਾ ਜਮਾ ਤੇ 2x ਜਮਾ 2x। ਇਸ ਲਈ ਇਹਨੂੰ ਇਹ ਜਿਹੜਾ ਮੂਲ ਜਿਹੜਾ ਆਪਣਾ ਸਮੀਕਰਨ ਹੈ ਇਹਨੂੰ ਇਦਾਂ ਲਿਖ ਸਕਦੇ ਹਾਂ x ਸਕੁਆਇਰ ਜਮਾ ਘਟਾ 2x ਬਰਾਬਰ ਘਟਾ ਇਹ ਵਾਲਾ 6x ਜਮਾ 2x। ਹੁਣ x ਸਕੁਆਇਰ ਇਹ ਜਿਹੜਾ 2x ਇੱਧਰ ਆਇਆ ਸੋ ਘਟਾ 4x ਤੇ ਜਮਾ ਘਟਾ 6 ਖੱਬੇ ਪਾਸੇ ਆ ਗਿਆ, ਜਮਾ ਹੋ ਗਿਆ। ਹੁਣ ਇਹ ਤੇ ਸਪਸ਼ਟ ਰੂਪ 'ਚ ਹੀ ਸਾਡੇ ਕੋਲ ਅਸੀਂ ਦੇਖਦੇ ਹਾਂ ਕਿ ਇਹ ਇਸ ਤਰ੍ਹਾਂ ਹੈ। ਇਹਦੇ ਵਿੱਚ a 1 ਹੈਗਾ, b ਘਟਾ 4 ਹੈਗਾ ਤੇ c 6 ਹੈਗਾ, ਠੀਕ ਹੈ। ਇਸ ਲਈ ਦਿੱਤੀ ਗਈ ਸਮੀਕਰਨ ਦੋ ਘਾਤੀ ਸਮੀਕਰਨ ਹੈ। ਅੱਗੇ ਚਲੀਏ। ਹੁਣ ਇਹ ਵਾਲਾ ਸਵਾਲ ਖੱਬੇ ਪਾਸੇ ਨੂੰ ਸੱਜੇ ਪਾਸੇ ਨੂੰ ਸਰਲ ਕਰ ਲੈਂਦੇ ਹਾਂ ਪਹਿਲੇ। ਸੋ ਖੱਬੇ ਪਾਸੇ ਨੂੰ ਅਸੀਂ ਬ੍ਰੈਕਟਾਂ ਹਟਾਤੀਆਂ ਤੇ ਇਹ ਬਣ ਗਿਆ x ਦੀ ਘਾਤ 2 ਘਟਾ x ਘਟਾ 2, ਠੀਕ ਹੈ ਬੱਚਿਓ। ਇਹ ਸਾਰੇ ਜਿਹੜੇ ਬੀਜ ਗਣਿਤਿਕ ਜਿਹੜੇ ਗੱਲਾਂ ਨੇ ਇਹ ਤੁਸੀਂ ਆਪਣੀਆਂ 7ਵੀਂ 8ਵੀਂ ਵਿੱਚ ਕਰ ਚੁੱਕੇ ਹੋ, ਠੀਕ ਹੈ। ਸੋ ਇਹਨੂੰ ਮੈਨੂੰ ਵਿਸਤਾਰ 'ਚ ਦੱਸਣ ਦੀ ਲੋੜ ਨਹੀਂ ਹੈਗੀ ਵੀ ਇਹ ਕਿੱਦਾਂ ਆਇਆ, ਠੀਕ ਹੈ। ਇਹ ਤੁਹਾਨੂੰ ਪਤਾ ਹੀ ਹੈ, x ਨੂੰ x ਨਾਲ ਗੁਣਾ ਕੀਤਾ x ਸਕੁਆਇਰ ਆ ਗਿਆ, ਫਿਰ x ਨੂੰ 1 ਨਾਲ ਕੀਤਾ ਜਮਾ x ਆ ਗਿਆ ਤੇ ਘਟਾ 2x ਆ ਗਿਆ। ਸੋ x - 2x -x ਹੋ ਗਿਆ। ਸੋ -2 ਗੁਣਾ 1 -2 ਹੋ ਗਿਆ, ਠੀਕ ਹੈ। ਸੋ ਇਸੇ ਤਰ੍ਹਾਂ ਇਹਨੂੰ ਜਿਹੜੇ ਖੋਲਿਆ ਤੇ ਇਹ ਹੋ ਗਿਆ x ਸਕੁਆਇਰ ਜਮਾ 2x ਘਟਾ 3। ਇਸ ਲਈ ਇਹਨਾਂ ਨੂੰ ਮੈਂ ਇਦਾਂ ਲਿਖਿਆ ਜਾ ਸਕਦਾ ਹੈ, ਕਿੱਦਾਂ? ਸਰਲ ਕਰਕੇ ਮੈਂ ਇਦਾਂ ਲਿਖ ਲਿਆ, ਠੀਕ ਹੈ। ਹੁਣ ਬੱਚਿਓ ਦੇਖੋ ਕੀ ਹੋਇਆ, x ਦੀ ਘਾਤ 2 ਦੇ ਨਾਲ x ਦੀ ਘਾਤ 2 ਕੱਟ ਗਿਆ,
ठीक है। तो मेरे को की बच गया, यह घटा x है तो 2x खब्बे पासे आ गया, घटा x तो घटा 2x घटा 3x हो गया। ठीक है, यह -2 है, -3 है, यह इत्थे आके जमा 3 हो गया, 3 चों 2 गया 1 जमा 1 हो गया। सो भाव घटा 3x जमा 1 बराबर 0, या मैं दोनों पासे घटा 1 नाल गुणा किया, सो 3x हो गया ते घटा 1 बराबर 0 हो गया। हुण बच्चों ये x की घात 2 जमा bx जमा c 0 के बराबर पूरी तरह नहीं है, क्योंकि इतने x की घात 2 तो है ही नहीं। क्योंकि x की घात 2 क्यों नहीं है, क्योंकि a फिर सानू 0 मानना पेगा, अर्थात x की घात का होना 2, x की घात 2 का होना बहुत जरूरी है, इतने है ही नहीं। सो इस करके x की घात 2 जमा bx ये म्यारी रूप वर्ग नहीं है, इसलिए दिती गई समीकरण 2 घाती समीकरण नहीं है। अगे चलिए चौथा भाग। फिर बच्चों दोनों पासे ब्रैकेट ने, सो असीं ब्रैकेट खोल लांगे, सरल कर लांगे। खब्बा पासा साडे कोल इदां आ गया खोल के ब्रैकेट, ठीक है, 2x की घात 2 घटा 5x घटा 3, तो सज्जा पासा साडे कोल इदां आ गया x की घात 2 जमा 5x। इसलिए यह मूल जिहड़ा समीकरण है ये वाला है, इहनूं लिखिया जा सकदा है इदां करके, यह खब्बा पासा ते सज्जा पासा लिख दिता। हुण 2x² सज्जे पासे आया, 2x² चों 1x² गया, कल्ला x² रह गया, -5 है इत्थे जमा 5x है, इत्थे आया घटा 5x हो गया। सो -5 -10 हो गया, सो -10x आ गया। तो इत्थे दूजी जिहड़ा कॉन्सटेंट टर्म हैगी वो तो है ही नहीं हैगी, सो -3 बराबर 0। ये x की घात 2 जमा bx जमा c बराबर 0 की तरह है, क्योंकि इत्थे a 1 है, b घटा 10 है तो c घटा 3 है, इसलिए दिती गई समीकरण 2 घाती समीकरण है। ठीक है, अगे चलिए भाग पंजवां। दोनों पासे ब्रैकेट है, सो सरल कर लेने, खब्बे पासे नूं सरल कीतियां सानू ए मिल गया, ते सज्जे पासे नूं सरल कीतियां सानू ए मिल गया। ठीक है बच्चों, सो इसलिए असी इहनूं मूल जिहड़ा हैगा साडू दिता होया नूं लिखिया जा सकदा है इस ढंग दे नाल, x² खब्बे पासे गया, 2 चों 2x² दे विचों 1x² गया, कल्ला x² रह गया, -7x है, 4x खब्बे पासे गया, -4x हो गया, -7 ते -4 -11 हो गया, सो -11x। इत्थे -5 इत्थे जाके गया जमा हो गया, सो 3 जमा 5 8 हो गया। हुण ये x की घात 2 जमा bx जमा c बराबर 0 की तरह है, जिथे a 1 है, b -11 है ते c 8 है, इसलिए दिते गई समीकरण 2 घाती समीकरण है। छेवां भाग। खब्बा पासा साडे कोल सीधा ही सरल किया होया, कोई ब्रैकेट नहीं है, सो सज्जे पासे नूं असीं सरल कर लैंदे आ। ए बच्चों ये फॉर्मूले तुसीं पढ़े हुए ने, ठीक है ना, a - b दा होल स्क्वायर, ठीक है। सो यह हो गया x² माइनस 2x 2 दूनी 4x हो गया, तो 2 दूनी 4 बड़ी 2 का वर्ग हो गया। यह तुहानूं फार्मूला पता होना चाहिए, मैं इत्थे लिखिया नहीं हैगा, यह तुहानूं फार्मूले पता होने चाहिए ने। असीं सारे 9वीं दे विच कर चुके हैं फार्मूले, सारे 9वीं 8वीं च कीते हुए ने सारे फार्मूले, ठीक है। सो इस करके इहदा विस्तार नहीं मैं कर रहा, तो नाले 10वीं की किताब विच 10वीं के सवाल हल कीतियां विच तुहाडे कोल आस भी नहीं की जाती कि तुसीं ये सारा एक एक करके लिखो, तुसीं सीधा करके इदां लिख सकते हो, क्योंकि हुण तक तुहानूं पता हो जाना चाहिए कि a जमा b होल स्क्वायर a - b होल स्क्वायर a जमा b होल क्यूब a - b होल क्यूब दे की फार्मूले हुंदे ने, ठीक है। सो इसलिए x की घात जमा 2 x की घात जमा 3x जमा x जिहड़ा हैगा इहनूं लिखिया जा सकदा है x की घात 2 जमा 3x जमा 1 बराबर x की घात 2 - 4x जमा 4। हुण बच्चों x² दे नाल x² गया कट, तो -4x आ गया, इत्थे आ गए जमा हो गया, तो 3 जमा 4 7x हो गया, इत्थे 1 है, इत्थे 4 है, इत्थे 4 खब्बे पासे आ गए -4 हो गया, तो 1 चों 4 गया -3 हो गया। हुण बच्चों देखो ਇਹਦੀ तरह नहीं हैगा, क्योंकि इत्थे x की घात 2 वाली पद तो है ही नहीं, मतलब ये नाल a 0 हो गया ना, तां ही वो पद उड़ गया, ये नाल a 0 हैगा इत्थे। सो a 0 नहीं होना चाहिए, यह शर्त हैगी है। यह जिहड़ा समीकरण है ये तरह नहीं हैगा, इसलिए दिती गई समीकरण 2 घाती समीकरण नहीं है। ठीक है, अगे चलिए हुण आगे बच्चों क्यूब वाले देखो, उही गल्लां आ गईयां क्यूब वालियां। हुण इत्थे मैं क्यूब के फार्मूले नहीं लिखे बच्चों, ऐ क्योंकि तुहानूं असीं 8वीं 9वीं च कर चुके हैं सारे। सो x जमा 2 होल क्यूब है खब्बा पासा जिहड़ा है, हुण बच्चों a क्यूब यह वाला x क्यूब ते जमा 3x² इंटू 2, तो 3 2 6 हो गया, तो 6x² बन गया,
फिर बन जाएगा जमा 3x² 2 का स्क्वायर का बन जाता 2 दूनी 4 ਤੇ 3 ਹੈਗਾ 4 ਦੀ 12 ਹੈ 12x ਬਣ ਗਿਆ ਤੇ ਫਿਰ 2 ਦਾ ਕਿਊਬ 2 दूनी 4 4 दूनी 8 ਇਹ 8 ਆ ਗਿਆ। ਦੇਖੋ ਇਹ ਫਾਰਮੂਲੇ ਯਾਦ ਨੇ ਸਾਨੂੰ ਤੇ ਤੁਹਾਨੂੰ ਵੀ ਯਾਦ ਹੋਣੇ ਚਾਹੀਦੇ ਨੇ, ਕੰਠ ਹੋਣੇ ਚਾਹੀਦੇ ਨੇ। ਇਹ ਬਣ ਗਿਆ ਤੇ ਸੱਜਾ ਪਾਸਾ ਕੀ ਬਣ ਗਿਆ, ਇਹਨੂੰ ਖੋਲ ਦਿੱਤਾ 2x³ ਘਟਾ 2x ਗੁਣਾ ਘਟਾ 1 -2x ਬਣ ਗਿਆ। ਹੁਣ ਬੱਚੋ ਦੇਖੋ ਓਪਰੀ ਨਜ਼ਰੇ ਸਾਨੂੰ ਇਹ ਭੁਲੇਖਾ ਪੈਂਦਾ ਕਿ ਇਹ ਤੇ ਜੀ ਇਹ 3 ਘਾਤੀ ਸਮੀਕਰਨ ਹੋਏਗਾ, ਪਰ ਇਹ 3 ਘਾਤੀ ਸਮੀਕਰਨ ਨਹੀਂ ਬਣੇਗਾ। ਤੁਸੀਂ ਦੇਖ ਲਿਓ, ਨਹੀਂ ਹਾਂ 3 ਘਾਤੀ ਸਮੀਕਰਨ, ਸੌਰੀ ਮਾਫ ਕਰਨਾ ਕਿਉਂਕਿ ਇੱਥੇ 2 ਆ ਗਿਆ ਨਾ, ਇੱਥੇ 2 ਆ ਗਿਆ ਤੇ x³ ਦੋਨੋਂ ਨਹੀਂ ਕੱਟਣਗੇ। ਮੇਰੇ ਖਿਆਲ ਇੱਕ ਸਵਾਲ ਇੱਕ ਅੱਧਾ ਦਾ ਇਹੋ ਜਿਹਾ ਵੀ ਆਏਗਾ ਜਿਹ 'ਚ x³ ਕੱਟ ਜਾਣਗੇ, ਇੱਥੇ ਕੱਟਣਗੇ ਨਹੀਂ ਕਿਉਂਕਿ ਇੱਥੇ ਇੱਕ x³ ਹੈਗਾ, ਇੱਥੇ 2x³ ਹੈਗਾ, ਇਸ ਕਰਕੇ ਕੱਟਦੇ ਨਹੀਂ ਪਏ। ਠੀਕ ਹੈ, ਸੋ ਇਹ ਦੇਖੋ ਇਹ ਬਣ ਗਿਆ ਹੁਣ ਸਾਡਾ, ਇਹਨੂੰ ਅਸੀਂ ਲਿਖ ਲਿਆ ਇੱਦਾਂ x³ ਜਮਾ ਇਹ ਬਰਾਬਰ ਇਹਦੇ ਬਰਾਬਰ। ਹੁਣ 2x³ ਇੱਥੇ ਆਇਆ ਖੱਬੇ ਪਾਸੇ, ਸੋ ਇੱਕ ਵਿੱਚੋਂ 2 ਗਿਆ -1 ਹੁੰਦਾ ਹੈ, ਸੋ -x³। 6x² ਹੈਗਾ, ਸੋ ਕੱਲਾ 6x² ਕਿਉਂਕਿ ਇੱਥੇ x² ਹੈ ਹੀ ਨਹੀਂ, ਸੋ 12x ਇੱਥੇ -2 ਜਾ ਕੇ ਜਮਾ 2 ਹੋ ਗਿਆ ਤੇ 12 ਜਮਾ 2 14x ਹੋ ਗਿਆ ਤੇ ਜਮਾ 8 ਬਰਾਬਰ 0। ਤੇ ਮੈਂ ਚਿੰਨ੍ਹ ਚੇਂਜ ਕਰ ਦਿੱਤੇ, ਅਰਥਾਤ ਦੋਨੋਂ ਪਾਸਿਆਂ ਨੂੰ ਘਟਾ 1 ਨਾਲ ਗੁਣਾ ਕਰਦੇ ਹੋਏ। ਸੋ ਘਟਾ 1 ਨਾਲ ਜਿਲੇ ਗੁਣਾ ਕੀਤਾ ਤੇ ਸਾਰੇ ਦੇ ਚਿੰਨ੍ਹ ਚੇਂਜ ਬਦਲ ਗਏ, x³ ਪਲੱਸ ਹੋ ਗਿਆ, ਇੱਥੇ 6x² ਮਾਈਨਸ ਹੋ ਗਿਆ, ਇੱਥੇ 14x ਵੀ ਮਾਈਨਸ ਹੋ ਗਿਆ, 8 ਵੀ ਮਾਈਨਸ ਹੋ ਗਿਆ। ਹੁਣ ਬੱਚਿਓ ਇਹ ਜਿਹੜਾ ਹੈ ਇਹਦੀ ਤਰ੍ਹਾਂ ਨਹੀਂ ਹੈ ਕਿਉਂਕਿ ਇੱਥੇ x³ ਵਾਧੂ ਆ ਗਿਆ, ਇਹ 2 ਘਾਤੀ ਸਮੀਕਰਨ ਵਿੱਚ ਇਹਦੀ ਅਲਾਉਡ ਨਹੀਂ ਹੈ, ਇਹਦੀ ਇਜਾਜ਼ਤ ਨਹੀਂ ਹੈਗੀ। ਸੋ 2 ਘਾਤੀ ਸਮੀਕਰਨ ਵਿੱਚ ਵੱਧ ਤੋਂ ਵੱਧ ਜਿਹੜੀ ਘਾਤ ਹੈਗੀ ਹੈ ਉਹ 2 ਹੀ ਹੋ ਸਕਦੀ ਹੈ, 3 ਨਹੀਂ ਹੋ ਸਕਦੀ। ਇਹ ਇਹਦੇ ਵਰਗਾ ਨਹੀਂ ਹੈ, ਇਸ ਲਈ ਦਿੱਤੀ ਗਈ ਸਮੀਕਰਨ 2 ਘਾਤੀ ਸਮੀਕਰਨ ਨਹੀਂ ਹੈ। ਹੁਣ ਆ ਗਿਆ ਬੱਚਿਓ ਆਖਰੀ, ਇਹ ਦੇਖੋ ਮੈਂ ਕਹਿ ਰਿਹਾ ਸੀ ਨਾ ਇੱਕ, ਹੁਣ ਕਿਊ ਵਾਲਾ ਆ ਗਿਆ। ਇਹ ਉਪਰੀ ਨਜ਼ਰੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਤੇ ਜੀ 3 ਘਾਤੀ ਸਮੀਕਰਨ ਹੋਏਗਾ, ਨਹੀਂ ਅਸੀਂ ਇਦਾਂ ਨਹੀਂ ਕਰ ਸਕਦੇ। ਸਾਨੂੰ ਬ੍ਰੈਕਟ ਖੋਲ ਕੇ ਚੈੱਕ ਕਰਕੇ ਸਰਲ ਕਰਕੇ ਫਿਰ ਹੀ ਸਿੱਟਾ ਕੱਢਣਾ ਚਾਹੀਦਾ ਹੈ ਕਿ ਇਹ ਸਮੀਕਰਨ 2 ਘਾਤੀ ਹੈ 3 ਘਾਤੀ ਕਿਹੜਾ ਹੈ। ਠੀਕ ਹੈ, ਸੋ ਖੱਬਾ ਪਾਸਾ ਖੁੱਲਿਆ ਹੋਇਆ ਇਹਨੂੰ ਰਹਿਣ ਦਿੰਦੇ ਆ, ਸੋ ਸੱਜੇ ਪਾਸੇ ਨੂੰ ਖੋਲ ਲਿਆ। ਹੁਣ ਬੱਚੇ ਦੇਖੋ ਮਾਈਨਸ ਵਾਲਾ ਆ ਗਿਆ, ਇਹ ਫਾਰਮੂਲੇ ਤੁਹਾਨੂੰ ਯਾਦ ਹੋਣੇ ਚਾਹੀਦੇ। ਇਹ ਬੰਦਾ a - b³ ਦਾ ਹੁੰਦਾ aq ਮਾਈਨਸ 3a²b, ਫਿਰ ਆਉਂਦਾ ਮਾਈਨਸ ਪਲੱਸ 3ab² ਮਾਈਨਸ b³ ਇਦਾਂ ਕਰਕੇ ਆਉਂਦਾ ਹੈ। ਠੀਕ ਹੈ, ਸੋ ਇਹ ਹੋ ਗਿਆ x³ ਮਾਈਨਸ 3x² ਤੇ ਗੁਣਾ 2, 3 दूनी 6, सो -6x² हो गया। फिर आ गया प्लस 3x² ठीक है, सो 2 दूनी 4, 4 दी 12, 12x, सो जमा 12x, सो 2 का क्यूब 2 दूनी 4, 4 दूनी 8, -8 आ गया। ठीक है, सो मैं ਤਾਂ ਨਹੀਂ ਲਿਖਿਆ ਬੱਚੇ ਕਿਉਂਕਿ ਤੁਹਾਡੀ 10th ਕਲਾਸ ਹੈਗੀ ਹੈ, ਜੇ 8ਵੀਂ ਜਾਂ 9ਵੀਂ ਵੀ ਹੁੰਦੀ ਤੇ ਫਿਰ ਮੈਂ ਇਹਦਾ ਸਾਰਾ ਬ੍ਰੈਕਟ 'ਚ ਫਾਰਮੂਲਾ ਲਿਖ ਦੇਣਾ ਸੀ। ਵੈਸੇ ਤੁਸੀਂ ਬ੍ਰੈਕਟ 'ਚ ਫਾਰਮੂਲਾ ਲਿਖ ਸਕਦੇ ਹੋ, ਮੈਂ ਦੱਸਣ ਲਈ ਕਿ ਅਸੀਂ ਇਹ ਵਾਲੇ ਫਾਰਮੂਲਾ ਵਰਤਦੇ ਪਏ ਹਾਂ। ਹੁਣ ਬੱਚਿਓ ਇਹਨੂੰ ਅਸੀਂ ਇਦਾਂ ਲਿਖ ਸਕਦੇ ਹਾਂ, ਇਦਾਂ ਲਿਖ ਲਿਆ। ਹੁਣ ਦੇਖੋ ਬੱਚਿਓ ਕੀ ਹੋ ਗਿਆ ਕਿ x³ ਦੇ ਨਾਲ x³ ਕੱਟਿਆ ਗਿਆ, ਪਿਛਲੇ ਸਮੀਕਰਨ ਵਿੱਚ ਨਹੀਂ ਕੱਟਿਆ ਗਿਆ ਸੀਗਾ, ਉਹ ਸੀ ਇੱਕ ਪਾਸੇ ਇੱਕ x³ ਸੀ, ਦੂਜੇ ਪਾਸੇ 2x³ ਸੀ। ਹੁਣ ਇੱਥੇ ਦੋਨੋਂ ਬਰਾਬਰ ਨੇ, ਸੋ ਇਹ ਕੱਟਿਆ ਗਿਆ। ਠੀਕ ਹੈ, ਸੋ ਕੱਟਿਆ ਗਿਆ ਤਾਂ -4x² ਹੈਗਾ ਇੱਥੇ, ਇਹ ਜਿਹੜਾ -6x ਇੱਥੇ ਖੱਬੇ ਪਾਸੇ ਆ ਕੇ ਜਮਾ 6x² ਹੋ ਗਿਆ, 6 ਚੋਂ 4 ਗਿਆ 2, ਸੋ 2x²। ਇੱਥੇ -x ਹੈਗਾ, ਇੱਥੇ 12x ਹੈਗਾ, ਇੱਥੇ ਆ ਕੇ ਹੋ ਗਿਆ -12x, ਸੋ -1 ਤੇ -12 -13x ਹੋ ਗਿਆ। ਠੀਕ ਹੈ, ਜਮਾ 1 ਹੈਗਾ, ਇੱਥੇ -8 ਖੱਬੇ ਪਾਸੇ ਆ ਕੇ ਜਮਾ ਹੋ ਗਿਆ, 1 ਜਮਾ 8 9 ਹੋ ਗਿਆ, ਸੋ 2x² -13x ਜਮਾ 9। ਇਹ ਇਹਦੀ ਤਰ੍ਹਾਂ ਹੈ, ax² ਜਮਾ bx ਜਮਾ c ਬਰਾਬਰ 0 ਦੀ ਤਰ੍ਹਾਂ ਹੈ, ਕਿਉਂਕਿ a ਬਰਾਬਰ 2, b ਬਰਾਬਰ -13 ਤੇ c ਬਰਾਬਰ 9। ਇਸ ਲਈ ਦਿੱਤੀ ਗਈ ਸਮੀਕਰਨ 2 ਘਾਤੀ ਸਮੀਕਰਨ ਹੈ। ਸੋ ਬੱਚਿਓ ਇਸ ਤਰ੍ਹਾਂ ਇਹ ਸਵਾਲ ਕਰਨੇ ਸੀਗੇ ਤੇ ਇਹ ਬਿਲਕੁਲ ਮੁੱਢਲੇ ਸਵਾਲ ਨੇ। 2 ਘਾਤੀ ਸਮੀਕਰਨਾਂ ਦੀ ਬਣਤਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹਨਾਂ ਦਾ ਤੁਸੀਂ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ। ਜਦੋਂ ਇਹ ਗੱਲ ਸਮਝ ਆ ਜਾਏਗੀ ਫਿਰ ਅਗਲੇ ਜਿਹੜੇ 2 ਘਾਤੀ ਸਮੀਕਰਨ ਦੇ ਅਸੀਂ ਗੁਣਨਖੰਡ ਕਰਨੇ, ਪੂਰਨ ਵਰਗ ਬਣਾਉਣਾ, ਜਾਂ ਫਿਰ ਉਹ ਡਿਟਰਮੀਨੈਂਟ ਦੇ ਨਾਲ ਫਾਰਮੂਲੇ ਦੇ ਨਾਲ ਉਹਦੇ ਮੁੱਲ ਕੱਢਣੇ, ਉਹਦੇ ਹੱਲ ਕੱਢਣੇ, ਉਹ ਤੁਹਾਡੇ ਲਈ ਸੌਖੇ ਹੋ ਜਾਣਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।